संतां के कारज आप खलोया, संतां के कारज हर कम करावण आया राम। वाहिगुरू जी का खालसा श्री वाहिगुरू जी की फतेह। ਦਾਤ ਪਿਆਰੀ ਵਿਸਰਿਆ ਦਾ ਤਾਰਾ, ਭੁੱਚੋ ਨਗਰ ਦਾ ਪੁਰੂ ਮੱਲ ਇੱਕ ਸੇਠ ਹੁੰਦਾ ਸੀ। ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਬਾਬਾ ਜੀ ਕੋਲ ਬੇਨਤੀ ਕਰਨ ਆਇਆ। ਬਾਬਾ ਜੀ ਨੂੰ ਨਮਸਕਾਰ ਕਰਨ ਤੋਂ ਬਾਅਦ ਉਸਨੇ ਆਪਣੇ ਪੋਤਰੇ ਬਾਰੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਮੈਨੂੰ ਪੋਤਰੇ ਦੀ ਦਾਤ ਬਖਸ਼ੋ। ਬਾਬਾ ਜੀ ਨੇ ਬਚਨ ਕੀਤਾ ਕਿ ਤੁਸੀਂ ਬਹਾਲ ਦਾਸ ਜੀ ਦੇ ਚਰਨ ਫੜ ਲਵੋ। ਇਸ ਤੋਂ ਉਪਰੰਤ ਜਦੋਂ ਕਦੇ ਬਹਾਲ ਦਾਸ ਜੀ ਬਾਬਾ ਜੀ ਦੇ ਦਰਸ਼ਨ ਕਰਨ ਆਏ ਤਾਂ ਸੇਠ ਜੀ ਨੇ ਬਹਾਲ ਦਾਸ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਅਤੇ ਨਾਲ ਹੀ ਬਚਨ ਕੀਤਾ ਕਿ ਵੱਡੇ ਬਾਬਾ ਜੀ ਨੇ ਆਪ ਦੇ ਪਾਸ ਭੇਜਿਆ ਹੈ। ਤਾਂ ਬਾਬਾ ਬਹਾਲ ਦਾਸ ਜੀ ਨੇ ਕਿਹਾ ਕਿ ਜੇ ਉਹਨਾਂ ਦਾ ਹੁਕਮ ਹੈ ਤਾਂ ਸਾਨੂੰ ਕੰਮ ਕਰਨਾ ਪਵੇਗਾ, ਅਤੇ ਤੈਨੂੰ ਸਾਰੇ ਪਿੰਡ ਨੂੰ ਅੰਨ ਪਾਣੀ ਛਕਾਉਣਾ ਹੋਵੇਗਾ, ਕਿਸੇ ਨਾਲ ਵਿਤਕਰਾ ਨਹੀਂ ਕਰਨਾ। ਇੰਨਾ ਬਚਨ ਕਰਕੇ ਸਾਰੀ ਮਰਿਆਦਾ ਸਮਝਾਈ ਅਤੇ ਸੇਠ ਨੇ ਬੇਨਤੀ ਕੀਤੀ ਕਿ ਮਹਾਰਾਜ ਖਰਚ ਬੜਾ ਹੋ ਜਾਏਗਾ। ਸੰਤ ਬਹਾਲ ਦਾਸ ਜੀ ਨੇ ਕਿਹਾ ਕਿ ਆਪਣੀ ਹੈਸੀਅਤ ਮੁਤਾਬਕ ਰਾਸ਼ਨ ਲੈ ਆਵੋ ਅਤੇ ਕੜਾਹੀ ਚਾੜ ਦੇਣੀ, ਜਿੰਨਾ ਚਿਰ ਮੁੱਕੇ ਨਾ ਸਭ ਨੂੰ ਛਕਾਈ ਜਾਈ। ਅਮੀਰ ਗਰੀਬ ਕੋਈ ਆਵੇ ਸਭ ਨੂੰ ਛਕਾ ਦੇਣਾ। ਸੇਠ ਜੀ ਨੇ ਕਿਹਾ ਕਿ ਮਹਾਰਾਜ ਤੁਸੀਂ ਵੀ ਦਰਸ਼ਨ ਦੇਣੇ, ਅਤੇ ਬਹਾਲ ਦਾਸ ਜੀ ਨੇ ਕਿਹਾ ਕਿ ਸਮਾਂ ਦੇਖਾਂਗੇ। 1 ਸਾਲ ਬਾਅਦ ਉਹਨਾਂ ਦੇ ਪੋਤਰਾ ਪੈਦਾ ਹੋਇਆ। ਉਹਨਾਂ ਜੱਗ ਦੀ ਤਿਆਰੀ ਕੀਤੀ। ਜਦੋਂ ਜੱਗ ਕੀਤਾ ਤਾਂ ਸਾਰੇ ਪਿੰਡ ਦੇ ਪੰਡਤਾਂ ਅਤੇ ਜ਼ਮੀਂਦਾਰਾਂ ਜਿਨ੍ਹਾਂ ਨਾਲ ਮੇਲ ਮਿਲਾਪ ਸੀ ਉਹਨਾਂ ਨੂੰ ਹੀ ਅੰਨ ਪਾਣੀ ਛਕਾਇਆ। ਜਿਹੜਾ ਬਚ ਗਿਆ ਉਹ ਵੀ ਜ਼ਿਮੀਂਦਾਰਾਂ ਦੇ ਘਰ ਵੰਡ ਦਿੱਤਾ। ਇਤਨੇ ਚਿਰ ਸੰਤ ਬਹਾਲ ਦਾਸ ਜੀ ਬਾਬਾ ਜੀ ਦੇ ਡੇਰੇ ਪਹੁੰਚੇ। ਜਦੋਂ ਪੁਰੂ ਮੱਲ ਸੇਠ ਨੂੰ ਪਤਾ ਲੱਗਾ ਤਾਂ ਉਹ ਵੀ ਮਿਲਣ ਲਈ ਆਇਆ, ਅਤੇ ਸੇਠ ਬਾਬਾ ਜੀ ਬਹਾਲ ਦਾਸ ਕੋਲ ਕਹਿਣ ਲੱਗਾ ਕਿ ਅਸੀਂ ਜੀ ਜੱਗ ਕਰ ਦਿੱਤਾ ਹੈ। ਤਾਂ ਬਾਬਾ ਜੀ ਬਹਾਲ ਦਾਸ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਕਿਹਾ ਸੀ ਉਵੇਂ ਹੀ ਕੀਤਾ। ਕਹਿਣ ਲੱਗਾ ਜੀ ਅਸੀਂ ਤਾਂ ਪੰਡਤਾਂ ਅਤੇ ਜ਼ਿਮੀਂਦਾਰਾਂ ਨੂੰ ਹੀ ਛਕਾਇਆ ਹੈ। ਬਹਾਲ ਦਾਸ ਜੀ ਨੇ ਪੁੱਛਿਆ ਕਿ ਕਿਸੇ ਗਰੀਬ ਨੂੰ ਨਹੀਂ ਛਕਾਇਆ। ਇਹ ਬਚਨ ਬਹਾਲ ਦਾਸ ਜੀ ਨੇ 2 ਵਾਰੀ ਪੁੱਛਿਆ ਤਾਂ ਸੇਠ ਨੇ ਕਿਹਾ ਕਿ ਨਹੀਂ ਜੀ। ਤਾਂ ਬਹਾਲ ਦਾਸ ਜੀ ਚੁੱਪ ਕਰ ਗਏ। ਫਿਰ ਸੇਠ ਨੇ ਬੇਨਤੀ ਕੀਤੀ ਕਿ ਸਾਡੇ ਘਰ ਚਰਨ ਪਾਓ। ਤਾਂ ਉਹ ਚੁੱਪ ਕਰ ਗਏ ਅਤੇ ਗੁੱਸੇ ਨਾਲ ਉੱਠ ਕੇ ਚਲੇ ਗਏ, ਅਤੇ ਕਿਹਾ ਇਸ ਨੇ ਸਾਡੇ ਕਹੇ ਅਨੁਸਾਰ ਜੱਗ ਨਹੀਂ ਕੀਤਾ। ਥੋੜ੍ਹੇ ਚਿਰ ਬਾਅਦ ਪੁਰੂ ਮੱਲ ਦਾ ਪੋਤਰਾ ਮਰ ਗਿਆ। ਉਸ ਤੋਂ ਬਾਅਦ ਕੋਈ ਲੜਕਾ ਨਹੀਂ ਹੋਇਆ। ਆਖਰ ਨੂੰ ਕਿਸੇ ਹੋਰ ਦਾ ਬੱਚਾ ਲੈ ਕੇ ਝੋਲੀ ਪਾਉਣਾ ਪਿਆ। ਇਹ ਪ੍ਰਸੰਗ ਪੁਰੂ ਮੱਲ ਦੇ ਪੁੱਤਰ ਵੇਦਾ ਰਾਮ ਤੋਂ ਮਿਲਿਆ। ਭਾਈ ਮਾੜਾ ਸਿੰਘ ਦਾ ਤਾਇਆ ਬਖਤੌਰ ਸਿੰਘ ਭੁੱਲਰ ਆਪਣੇ ਖੇਤ ਨੂੰ ਹੱਲ ਜੋੜ ਕੇ ਜਾ ਰਿਹਾ ਸੀ। ਰਸਤੇ ਵਿੱਚ ਜੋੜਿਆਂ ਵਾਲਾ ਛੱਪੜ ਆਉਂਦਾ ਸੀ ਤਾਂ ਬਖਤੌਰ ਸਿੰਘ ਬਲਦਾਂ ਨੂੰ ਪਾਣੀ ਪਿਲਾਉਣ ਲੱਗਾ। ਬਖਤੌਰ ਸਿੰਘ ਨੇ ਭੱਜ ਕੇ ਬਲਦ ਦੇ ਛੋਟੀ ਮਾਰੀ ਅਤੇ ਮੂੰਹੋਂ ਬੋਲਿਆ
ਕਿ ਰੂਮੀ ਵਾਲੇ ਸਾਧ ਵਾਂਗੂ ਟੇਢਾ ਕਰੀਰਾਂ ਵਿੱਚ ਜਾਂਦਾ ਹੈ। ਬਾਬਾ ਜੀ ਜਦੋਂ ਬਾਹਰ ਜਾਂਦੇ ਸਨ ਤਾਂ ਰਾਹ ਤੋਂ ਪਾਸੇ ਹੋ ਕੇ ਤੁਰਦੇ ਸਨ। ਜਦੋਂ ਬਖਤੌਰ ਸਿੰਘ ਸ਼ਾਮ ਨੂੰ ਘਰੇ ਵਾਪਸ ਆਉਣ ਲੱਗਾ ਤੇ ਜਾਣੀ ਜਾਣ ਬਾਬਾ ਜੀ ਰਾਹ ਅੱਗੇ ਹੋ ਕੇ ਖਲੋ ਗਏ ਤੇ ਬਚਨ ਕੀਤਾ ਕਿ ਭਾਈ ਅੱਜ ਤੂੰ ਸਾਨੂੰ ਬਲਦ ਬਣਾਉਂਦਾ ਸੀ ਤੇ ਬਲਦ ਬਣਾ ਕੇ ਜੋੜੀ ਰੱਖਿਆ। ਬਾਬਾ ਜੀ ਦੇ ਬਚਨ ਸੁਣਦੇ ਹੀ ਬਖਤੌਰ ਸਿੰਘ ਨੇ ਕੱਖਾਂ ਦੀ ਪੰਡ ਸੁੱਟਦੇ ਹੀ ਚਰਨ ਫੜ ਲਏ ਤਾਂ ਬਾਬਾ ਜੀ ਨੇ ਕਿਹਾ, ਸੁੱਧ ਹੈ, ਅੱਗੇ ਵਾਸਤੇ ਇਉਂ ਨਹੀਂ ਕਰਨਾ। ਉਪਰੰਤ ਬਖਤੌਰ ਸਿੰਘ ਸਾਰੀ ਉਮਰ ਸੇਵਾ ਵਿੱਚ ਲੱਗਾ ਰਿਹਾ। ਇਹ ਵਚਨ ਮਾੜੂ ਸਿੰਘ ਭੁੱਲਰ ਪਾਸੋਂ ਮਿਲਿਆ। ਇੱਕ ਵਾਰੀ ਬਾਬਾ ਜੀ ਕੋਲ ਪਿੰਡ ਦੇ ਸੇਵਾਦਾਰ ਬੈਠੇ ਸਨ। ਸੁੰਦਰ ਸਿੰਘ ਨੰਦੇਕਾ, ਘੁੱਕਰ ਸਿੰਘ ਅਕਾਲੀ, ਨਿੱਕਾ ਸਿੰਘ ਭੁੱਲਰ, ਬੁੱਧ ਸਿੰਘ ਢਿੱਲੋਂ ਤੇ ਨਿਧਾਨ ਸਿੰਘ ਨੰਦੇਕਾ। ਇਹਨਾਂ ਸਾਰਿਆਂ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਹਾਡੇ ਡੇਰੇ ਵਿੱਚ ਬੂਟੇ ਲਾ ਦਈਏ, ਨਾਲੇ ਬਾਗ ਲੱਗ ਜਾਵੇਗਾ ਤੇ ਨਾਲ ਹੀ ਸੰਗਤ ਛਾਂ ਵਿੱਚ ਬੈਠੇਗੀ। ਬਾਬਾ ਜੀ ਨੇ ਬਚਨ ਕੀਤਾ, ਭਾਈ ਕਲਕੱਤੇ ਤੱਕ ਆਪਣੇ ਹੀ ਬਾਗ ਹੈ, ਜਦੋਂ ਦਿਲ ਕਰਿਆ ਫਲ ਮੰਗਵਾ ਲਿਆ ਕਰਾਂਗੇ। ਇਹ ਬਚਨ ਅੱਜ ਸੱਤ ਹੋ ਰਹੇ ਹਨ। ਰੋਜ਼ ਫਲਾਂ ਦਾ ਪ੍ਰਸ਼ਾਦ ਹੀ ਵਰਤਾਇਆ ਜਾਂਦਾ ਹੈ। ਹੀਰਾ ਸਿੰਘ ਬੀੜ ਵਾਲੇ ਦੀ ਮਾਤਾ ਇਸ ਨੂੰ ਲੈ ਕੇ ਭੁੱਚੋ ਆਈ। ਜਿਸ ਵੇਲੇ ਹੀਰਾ ਸਿੰਘ ਨੂੰ ਮੱਥਾ ਟਿਕਾਇਆ ਤਾਂ ਹੀਰਾ ਸਿੰਘ ਵੱਲ ਵੇਖ ਕੇ ਬਾਬਾ ਜੀ ਨੇ ਬਚਨ ਕੀਤਾ, ਓਏ ਬੂਬਨਿਆ, ਤੂੰ ਤਾਂ ਪਹਾੜਾਂ ਵਿੱਚ ਬੈਠਾ ਸੀ, ਤੂੰ ਇੱਥੇ ਕਿੱਥੇ ਆ ਗਿਆ? ਫਿਰ ਉਸ ਦੀ ਮਾਤਾ ਨੂੰ ਸੰਬੋਧਨ ਕਰਕੇ ਬਚਨ ਕੀਤਾ ਕਿ ਇਹ ਇੱਕ ਤਪੱਸਵੀ ਸਾਧ ਸੀ। ਇਸ ਨੂੰ ਗ੍ਰਹਿਸਥ ਦੀ ਇੱਛਾ ਹੋਈ ਤਾਂ ਇਸ ਨੇ ਜਨਮ ਲੈ ਲਿਆ। ਇਹ ਬਚਨ ਹੀਰਾ ਸਿੰਘ ਬੀੜ ਵਾਲੇ ਤੋਂ ਮਿਲਿਆ। ਸਭ ਕਿਛ ਵਸਗਤ ਸਾਹਿਬੈ, ਆਪੇ ਕਰਨ ਕਰੇਵ। ਗਰਮੀ ਦਾ ਮਹੀਨਾ ਸੀ। ਹਾੜੀ ਦੀ ਵਾਢੀ ਦੇ ਦਿਨ ਸਨ। ਦਾਸ ਨੇ ਪਿਤਾ ਜੀ ਨੂੰ ਨਾਨਕੇ ਹਾੜੀ ਵੱਢਣ ਵਾਸਤੇ ਆਪਣੇ ਕੋਲ ਲੈ ਆਏ ਸਨ, ਕਿਉਂਕਿ ਉਹਨਾਂ ਦੇ ਨਾਨਕੇ ਭਗਤੇ ਸਨ ਤੇ ਇੱਥੋਂ ਭਗਤੇ ਤੋਂ ਕਿਸੇ ਪ੍ਰੇਮੀ ਕੋਲੋਂ ਬਾਬਾ ਜੀ ਦੀ ਸਿਫਤ ਸੁਣੀ ਤੇ ਕਿਹਾ ਕਿ ਹਾੜੀ ਵੱਢਣ ਵਿੱਚ ਤਾਂ ਹਾਲੇ ਦਿਨ ਰਹਿੰਦੇ ਹਨ, ਕਿਉਂ ਨਾ ਭੁੱਚੋ ਜਾ ਕੇ ਸੰਤਾਂ ਦੇ ਦਰਸ਼ਨ ਕਰ ਆਈਏ। ਇਉਂ ਵਿਚਾਰ ਕੇ ਆਪਣੇ ਮਾਮਾ ਜੀ ਨੂੰ ਦੱਸਿਆ ਕਿ ਮੈਂ ਭੁੱਚੋ ਸੰਤਾਂ ਦੇ ਦਰਸ਼ਨ ਕਰ ਆਵਾਂ। ਅੱਗੋਂ ਮਾਮੇ ਨੇ ਰੋਕਿਆ ਤੇ ਕਿਹਾ ਕਿ ਉਹ ਸਾਧ ਤਾਂ ਕਿਸੇ ਨੂੰ ਮੁੜ ਕੇ ਆਉਣ ਜੋਗਾ ਨਹੀਂ ਛੱਡਦਾ ਤੇ ਨਾ ਜਾਣ ਵਿੱਚ ਹੀ ਭਲਾ ਹੈ। ਅੱਗੋਂ ਆਪ ਨੇ ਜਵਾਬ ਦਿੱਤਾ ਕਿ ਮੇਰੀ ਜਾਣ ਵਿੱਚ ਦੇਰ ਹੈ, ਮੁੜਨ ਵਿੱਚ ਦੇਰ ਨਹੀਂ ਲੱਗਦੀ। ਇਹ ਆਪਣੇ ਮਾਮੇ ਨੂੰ ਕਹਿ ਕੇ ਭੁੱਚੋ ਸਾਹਿਬ ਪਹੁੰਚ ਗਏ। ਜਿਸ ਵੇਲੇ ਡੇਰੇ ਆਏ ਤਾਂ ਬਾਬਾ ਜੀ ਨੇ ਆਉਣ ਸਾਰ ਨਾ ਕੁਛ ਪੁੱਛਿਆ ਨਾ ਕੁਛ ਦੱਸਿਆ। ਸੇਵਾਦਾਰ ਪਿੰਡ ਵਿੱਚ ਡਾਲੀ ਲੈਣ ਲਈ ਜਾ ਰਹੇ ਸਨ, ਉਹਨਾਂ ਦੇ ਨਾਲ ਤੋਰ ਦਿੱਤਾ ਤੇ ਨਾ ਚਾਹੁੰਦੇ ਹੋਏ ਵੀ ਜਵਾਬ ਨਾ ਦੇ ਸਕੇ। ਉਸ ਦਿਨ ਸਾਰੇ ਪਿੰਡ ਵਿੱਚੋਂ ਡਾਲੀ ਕੀਤੀ ਤੇ ਵਾਪਸ ਪਹੁੰਚੇ। ਸ਼ਾਮ ਨੂੰ ਇਸੇ ਤਰ੍ਹਾਂ ਡਾਲੀ ਮੰਗਾਈ ਤੇ ਰੋਟੀਆਂ ਚੂਰਾ ਕਰਕੇ ਕੁੱਤਿਆਂ ਨੂੰ ਪਾਉਣ ਦਾ ਹੁਕਮ ਹੋਇਆ। ਬਾਬਾ ਜੀ ਕੋਲ ਜਾਣ ਵਾਸਤੇ ਆਗਿਆ ਲੈਣ ਲਈ ਸਾਹਮਣੇ ਜਾਣ ਤਾਂ ਜਾਣ, ਪਰ ਜਾ ਕੇ ਬੋਲਣ ਦੀ ਹਿੰਮਤ ਨਾ ਪਏ। ਇੱਕ ਦਿਨ ਪਿੰਡ ਵਿੱਚ ਇੱਕ ਘਰ ਡਾਲੀ ਲੈਣ ਵਾਸਤੇ ਗਏ ਤਾਂ ਘਰ ਵਾਲੀ ਮਾਈ ਨੇ ਪ੍ਰਸ਼ਾਦਾ ਫੜਾਉਂਦਿਆਂ ਕਿਹਾ ਕਿ ਭਾਈ ਕਾਕਾ, ਤੂੰ ਕਿੱਥੇ ਆ ਗਿਆ? ਤੇਰੇ ਵਰਗੇ ਅਣਥੱਕ ਮੁੰਡੇ ਤਾਂ ਇੱਥੇ ਚਾਹੀਦੇ ਹੀ ਹਨ। ਫਿਰ ਬੋਲੀ, ਇਹ ਬਾਬਾ
ਸ਼ੇਰ ਵੀ ਬਣ ਜਾਂਦਾ ਹੈ। ਦਿਨ ਛਿਪਣ ਵਾਲਾ ਸੀ ਤੇ ਇਤਨੇ ਨੂੰ ਡੇਰੇ ਵੱਲੋਂ ਭਾਰੀ ਆਵਾਜ਼ ਆਈ, ਜੋ ਕਿ ਗਰਜਣ ਦੀ ਆਵਾਜ਼ ਸੀ। ਮਾਈ ਬੋਲੀ ਕਿ ਵੇਖ, ਅੱਜ ਸ਼ੇਰ ਬਣ ਗਿਆ ਬਾਬਾ, ਤੇ ਹੁਣ ਸਾਹਮਣੇ ਨਾ ਜਾਈ, ਉੱਥੇ ਜਾ ਕੇ। ਇਸ ਤੋਂ ਉਪਰੰਤ ਅਗਲਿਆਂ ਘਰਾਂ ਤੋਂ ਹੁੰਦੇ ਹੋਏ ਰਸਤੇ ਵਿੱਚੋਂ ਲੰਘੇ ਤਾਂ ਸਾਥ ਵਿੱਚ ਬੈਠੇ ਬੰਦਿਆਂ ਨੇ ਵੀ ਇਹੋ ਹੀ ਗੱਲ ਕਹੀ। ਇਹ ਹੌਲੀ ਹੌਲੀ ਤੁਰਦੇ ਡੇਰੇ ਪਹੁੰਚ ਗਏ। ਇਸ ਤਰ੍ਹਾਂ ਕਰਦਿਆਂ 40 ਦਿਨ ਬਤੀਤ ਹੋ ਗਏ। ਨਾ ਆਗਿਆ ਮੰਗੀ ਤੇ ਨਾ ਹੀ ਹੌਸਲਾ ਪਿਆ। ਇਸ ਤੋਂ ਬਾਅਦ ਇੱਕ ਰਾਤ ਦਿਨ ਦੇ ਛੁਪਣ ਨਾਲ ਆਪਣੇ ਆਪ ਹੀ ਤੁਰ ਪਏ ਤੇ ਰਾਤੋਂ ਰਾਤ ਭਗਤੇ ਪਹੁੰਚ ਗਏ। ਇਹ ਸੀ ਪਹਿਲੀ ਵਾਰ ਦਰਸ਼ਨ ਤੇ ਸੇਵਾ ਕਰਨ ਦਾ ਮੌਕਾ। ਇਹ ਬਚਨ ਪਿਤਾ ਜੀ ਪਾਸੋਂ ਮਿਲਿਆ। ਸਾਧੂ ਸੰਗ ਮਸਕਤੇ ਤੁਠੇ ਪਾਵਾਂ ਦੇਵ। ਨਗਰ ਦੁੱਲੇਵਾਲਾ ਦੇ ਰਹਿਣ ਵਾਲੇ ਇਸ ਪ੍ਰੇਮੀ ਦਾ ਨਾਮ ਸਰਦਾਰਾ ਸਿੰਘ ਸੀ। ਉਮਰ ਤਕਰੀਬਨ 50 ਸਾਲ ਹੋਵੇਗੀ। ਪੂਰਬ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ ਦੇ ਬਚਨ ਅਨੁਸਾਰ ਇਸ ਦਾ ਜਨਮ ਨਾਨਕੇ ਘਰ ਫਰਵਾਲੀ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਪਿਤਾ ਦਾ ਨਾਮ ਧਿਆਨ ਸਿੰਘ ਅਤੇ ਮਾਤਾ ਬੀਬੀ ਚੰਦ ਕੌਰ ਸੀ। ਕੰਮ ਖੇਤੀਬਾੜੀ ਦਾ ਮਿਹਨਤ ਨਾਲ ਕਰਦੇ ਸਨ। ਆਪ ਜੀ ਦੀ ਸ਼ਾਦੀ ਬੀਬੀ ਜੀਵੀ ਨਾਲ ਹੋਈ। ਘਰ ਵਿੱਚ ਵਾਹਿਗੁਰੂ ਨੇ 3 ਪੁੱਤਰ ਵੀ ਬਖਸ਼ੇ। ਸਰਦਾਰ ਝੰਡਾ ਸਿੰਘ, ਬਹਾਲਾ ਸਿੰਘ ਅਤੇ ਸਰਦਾਰ ਗੰਡਾ ਸਿੰਘ ਸਨ। ਘਰ ਵਿੱਚ ਸਾਰੇ ਪਦਾਰਥ ਪੁੱਤਰ ਆਗਿਆਕਾਰ। ਫਿਰ ਬਾਬਾ ਜੀ ਦੀ ਸੇਵਾ ਪ੍ਰਾਪਤ ਹੋ ਗਈ ਅਤੇ ਤਨ ਮਨ ਧਨ ਨਾਲ ਸੇਵਾ ਕੀਤੀ। ਹਰ ਪੂਰਨਮਾਸ਼ੀ ਨੂੰ ਪਿੰਡ ਦੁੱਲੇਵਾਲਾ ਤੋਂ ਦੁੱਧ, ਆਟਾ ਅਤੇ ਦਾਲ ਆਪਣੇ ਸਿਰ ਉੱਪਰ ਚੁੱਕ ਕੇ ਲੈ ਆਉਂਦੇ ਸਨ। ਫਿਰ 3 ਦਿਨ ਲਗਾਤਾਰ ਰਹਿ ਕੇ ਅਤਿਅੰਤ ਸੇਵਾ ਕਰਨੀ। ਪਿੰਡ ਦੇ ਲੋਕਾਂ ਨੇ ਕਹਿਣਾ, ਸਰਦਾਰਾ ਸਿਆਂ, ਉਹ ਜੋ ਕੁਝ ਤੂੰ ਇੱਥੋਂ ਲੈ ਕੇ ਭੁੱਚੋਂ ਜਾਂਦਾ ਹੈ, ਕੀ ਇਹ ਕੁਝ ਉੱਥੇ ਨਹੀਂ ਹੈ? ਪਰੰਤੂ ਸਰਦਾਰਾ ਸਿੰਘ ਨੇ ਸਭ ਦੀ ਗੱਲ ਅਣਸੁਣੀ ਕਰ ਦੇਣੀ ਅਤੇ ਸੇਵਾ ਨਹੀਂ ਛੱਡੀ। ਸਰਦਾਰਾ ਸਿੰਘ ਦਾ ਭਾਈ ਭਾਗ ਸਿੰਘ ਸੀ। ਉਸਨੇ ਵੀ ਸਰਦਾਰਾ ਸਿੰਘ ਨੂੰ ਰੋਕਣਾ ਕਿ ਤੂੰ ਉੱਥੇ ਲੈਣ ਕੀ ਜਾਂਦਾ ਹੈ, ਨਾਲੇ ਘਰ ਦਾ ਕੰਮ ਛੱਡਦਾ ਹੈ। ਉਪਰੰਤ ਸਰਦਾਰਾ ਸਿੰਘ ਨੇ ਆਪਣੇ ਭਰਾ ਭਾਗ ਸਿੰਘ ਨੂੰ ਕਿਹਾ ਕਿ ਵੀਰ, ਤੂੰ ਇੱਕ ਵਾਰ ਮੇਰੇ ਨਾਲ ਤਾਂ ਚੱਲ, ਤੈਨੂੰ ਪਤਾ ਲੱਗੇਗਾ ਕਿ ਉਹ ਕੀ ਹਨ। ਇਹ ਬਚਨ ਸੁਣ ਕੇ ਅਤੇ ਇਸ ਦਾ ਨਿਸ਼ਚਾ ਵੇਖ ਕੇ ਭਾਗ ਸਿੰਘ ਵੀ ਇੱਕ ਪੂਰਨਮਾਸੀ ਉੱਤੇ ਸਰਦਾਰਾ ਸਿੰਘ ਦੇ ਨਾਲ ਹੀ ਗਿਆ। ਜਦੋਂ ਭਾਗ ਸਿੰਘ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਦੇਖ ਸਰੂਪ ਪੂਰਨ ਭਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ ਵਾਲੀ ਗੱਲ ਪ੍ਰਤੱਖ ਹੋ ਗਈ। ਨਿਹਾਲ ਹੋ ਗਿਆ। ਭਾਗ ਸਿੰਘ ਨੇ ਕਿਹਾ, ਸਰਦਾਰਾ ਸਿੰਘ, ਮੈਂ ਤੈਨੂੰ ਰੋਕ ਕੇ ਗਲਤੀ ਕਰਦਾ ਸੀ। ਤੂੰ ਠੀਕ ਹੈ। ਅੱਗੇ ਵਾਸਤੇ ਮੈਨੂੰ ਨਾਲ ਲੈ ਕੇ ਆਇਆ ਕਰੀ। ਇਹ ਤਾਂ ਸੱਚੇ ਗੁਰੂ ਦਾ ਘਰ ਹੈ। ਉਪਰੰਤ ਸਰਦਾਰਾ ਸਿੰਘ ਦੇ ਨਾਲ ਭਾਗ ਸਿੰਘ ਵੀ ਸੇਵਾ ਵਿੱਚ ਲੱਗ ਪਿਆ, ਜੋ ਅੰਤ ਤੱਕ ਨਿਭਿਆ। ਦੋਹਾਂ ਭਾਈਆਂ ਨੇ ਅਟੁੱਟ ਸੇਵਾ ਕੀਤੀ। ਇਸ ਸਰਦਾਰਾ ਸਿੰਘ ਨੇ ਆਪਣੇ ਨਗਰ ਦੁੱਲੇਵਾਲਾ ਤੋਂ ਚੱਲਣ ਸਮੇਂ ਅਰਦਾਸ ਕੀਤੀ ਕਿ ਰਾਜਸਥਾਨ ਇੱਕ ਨਵਾਂ ਚੱਕ ਆਬਾਦ ਹੋ ਗਿਆ ਸੀ, ਉੱਥੇ ਪਹੁੰਚਣਾ ਸੀ ਅਤੇ ਪਿੰਡੋਂ ਤੁਰ ਪਏ। ਗਜ ਸਿੰਘਪੁਰੇ ਨੂੰ ਚੱਲ ਪਏ। ਆਪਣਾ ਮਾਲ ਡੰਗਰ ਵੀ ਨਾਲ ਹੀ ਲਈ ਜਾ ਰਹੇ ਸਨ।
ਰਸਤੇ ਵਿੱਚ ਇੱਕ ਢਾਬ ਚੂਨੇ ਵੱਲ ਆਈ। ਉੱਥੇ ਆਪ ਤਾਂ ਇਸ਼ਨਾਨ ਕਰਨ ਲੱਗ ਪਏ ਅਤੇ ਪਸ਼ੂ ਡੰਗਰ ਅੱਗੇ ਤੋਰ ਦਿੱਤੇ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋਏ ਛਤਰੀ ਤਾਣ ਕੇ ਕਸਹਿਰਾ ਸਕਾਉਂਦੇ ਤੁਰੇ ਜਾ ਰਹੇ ਸਨ। ਮੰਨੇ ਕੀ ਗਤ ਕਹੀ ਨਾ ਜਾਏ। ਪਾਠ ਕਰਨ ਸਮੇਂ ਉਹਨਾਂ ਦੀ ਗੋਡੀ ਲੱਗ ਗਈ। ਕੋਲ ਉਸ ਵੇਲੇ ਬਾਗੜੀਏ ਹੀ ਸਨ। ਉਹਨਾਂ ਨੇ ਸਰਦਾਰਾ ਸਿੰਘ ਨੂੰ ਸੰਭਾਲਿਆ ਤੇ ਅੱਗੇ ਜਾ ਰਹੇ ਪਰਿਵਾਰ ਨੂੰ ਖਬਰ ਕੀਤੀ ਕਿ ਤੁਹਾਡੇ ਨਾਲ ਦਾ ਸਿੱਖ ਚਲਾਣਾ ਕਰ ਗਿਆ ਹੈ। ਫਿਰ ਪਰਿਵਾਰ ਵੀ ਉੱਥੇ ਮੁੜ ਕੇ ਆ ਗਿਆ। ਉੱਥੇ ਉਹਨਾਂ ਨੇ ਲੱਕੜੀਆਂ ਲੈ ਕੇ ਇਸ਼ਨਾਨ ਕਰਾ ਕੇ ਅੰਤਿਮ ਸੰਸਕਾਰ ਕੀਤਾ। ਸਰੀਰ ਛੱਡਣ ਸਮੇਂ ਬਾਰਿਸ਼ ਵੀ ਹੋਈ, ਜੋ ਕਿ ਕਾਫੀ ਸਮੇਂ ਤੋਂ ਨਹੀਂ ਸੀ ਹੋਈ। ਉਪਰੰਤ ਬਾਗੜੀਆਂ ਨੇ ਹੀ ਇਸ ਦੀ ਸਮਾਧ ਵੀ ਬਣਾ ਦਿੱਤੀ, ਜੋ ਅੱਜ ਤੱਕ ਕਾਇਮ ਹੈ ਅਤੇ ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਹਨ। ਇਸ ਸਰਦਾਰਾ ਸਿੰਘ ਦੀ ਇੱਕ ਪੋਤਰੀ ਪੱਤੋ ਹੀਰਾ ਸਿੰਘ ਵਿਆਹੀ ਹੋਈ ਹੈ। ਉਹ ਸਾਰਾ ਪਰਿਵਾਰ ਹੀ ਹਜੂਰ ਦੇ ਘਰ ਦਾ ਸੇਵਕ ਹੈ, ਹੁਣ ਤੱਕ ਕਰ ਰਿਹਾ ਹੈ ਅਤੇ ਭੁੱਚੋ ਹਾਜ਼ਰੀ ਭਰਦੇ ਹਨ। ਜਿਵੇਂ ਕਾਗਜ਼ ਅਤੇ ਲੂਣ ਪਾਣੀ ਵਿੱਚ ਠਹਿਰ ਨਹੀਂ ਸਕਦੇ ਤੇ ਗਲ ਜਾਂਦੇ ਹਨ, ਪਰ ਜੇ ਘਿਓ ਅਤੇ ਲੂਣ ਮਿਲਾ ਕੇ ਕਾਗਜ਼ ਪਾਣੀ ਵਿੱਚ ਛੱਡੀਏ ਤਾਂ ਕੁਝ ਰਹਿ ਸਕਦੇ ਹਨ। ਕਾਗਦ ਲੂਣ ਰਹੇ ਘ੍ਰਿਤ ਸੰਗੇ, ਪਾਣੀ ਕਮਲ ਰਹੇ। ਐਸੇ ਸੰਤ ਮਿਲੇ ਜਨ ਨਾਨਕ, ਤਿਨ ਜਮ ਕਿਆ ਕਰੇ। ਕਬਿੱਤ ਮਾਇਆ ਕਮਜਾਤ, ਜਾਤ ਜਾਤ ਦੇ ਧੁਆਏ ਪੈਰ। ਪੈਰ ਤੁਰੀ ਜਾਏ ਠਹਿਰਦੀ ਨਾ ਇੱਕ ਪਲ, ਪਲਕ ਫੁਰਨ ਵਿੱਚ ਵਲਛਲ ਕਰ ਜਾਂਦੀ। ਸੁਰ ਨਰ ਰਾਕਸ਼ ਭਰਮਾਏ ਪਰੀ ਹਲ ਚੱਲ, ਚੱਲਤ ਨ ਮਨ ਟਿਕ ਜਾਏ ਸਾਧ ਸੰਗ ਵਿੱਚ। ਮਹਾ ਹਰਨਾਮ ਹਰੀ ਛੋੜ ਕਹਾਂ ਜਾਏ ਖਲ, ਲਮਕੇ ਨਾ ਪੁੱਠਾ ਮਾਤਾ ਦੇ ਗਰਭ ਵਿੱਚ। ਸਤਨਾਮ ਜਪ ਸਤ ਸੰਗ ਕਰ ਹਰ ਪਲ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਪਿੰਡ ਨਥਾਣੇ ਦੇ ਰਹਿਣ ਵਾਲਾ ਰਾਜਾ ਸਿੱਖ ਬਾਬਾ ਜੀ ਦੇ ਦਰਸ਼ਨ ਕਰਨ ਆਇਆ। ਮਨ ਵਿੱਚ ਪੁੱਤਰ ਦੀ ਇੱਛਾ ਸੀ। ਹਜੂਰ ਟਿੱਲੇ ਉੱਪਰ ਬੈਠੇ ਰੱਬੀ ਰੰਗ ਵਿੱਚ ਮਸਤ ਬਚਨ ਕਰ ਰਹੇ ਸਨ। ਬਾਜਾਂ ਨਾਲ ਬਟੇਰੀ ਖਹਿੰਦੀ ਫਿਰਦੀ ਖੰਭ ਖਹਾਉਣ ਨੂੰ, ਤੇ ਉਸਨੇ ਵੀ ਜਾ ਨਮਸਕਾਰ ਕੀਤੀ। ਮੱਥਾ ਟੇਕਣ ਉਪਰੰਤ ਉਸਨੇ ਆਪਣੇ ਆਪ ਨੂੰ ਹੱਥ ਲਾ ਕੇ ਕਿਹਾ, ਜੇ ਇਹ ਬਟੇਰੀ ਬਾਜ ਦੇ ਕੰਮ ਆ ਜਾਏ ਤਾਂ ਮੇਰਾ ਆਉਣਾ ਸਫਲ ਹੋ ਜਾਏ। ਤੇ ਉਸ ਤੋਂ ਉਪਰੰਤ ਬਾਬਾ ਜੀ ਦੇ ਬਚਨ ਕਹਿਣ ਤੋਂ ਬਾਅਦ ਬਾਬਾ ਜੀ ਦੇ ਹੱਥ ਵਿੱਚ ਇੱਕ ਚਾਂਦੀ ਦਾ ਰੁਪਿਆ ਸੀ। ਬਾਬਾ ਜੀ ਨੇ ਰੁਪਿਆ ਵਗਾ ਕੇ ਮਾਰਿਆ। ਉਹ ਰੁੜਦਾ ਰੁੜਦਾ ਟਿੱਲੇ ਤੋਂ ਥੱਲੇ ਆ ਗਿਆ ਤੇ ਬਚਨ ਕੀਤਾ, ਭੱਜ ਕੇ ਰੁਪਿਆ ਚੁੱਕ ਲਿਆ। ਜਾ ਵੇਖਿਆ ਤਾਂ ਰੁਪਿਆ ਇੱਕ ਹੀ ਸੀ। ਮਨ ਵਿੱਚ ਖਿਆਲ ਆਇਆ ਕਿ ਚਾਹੀਏ ਤਾਂ 2 ਰੁਪਏ ਸਨ, ਇੱਕ ਹੀ ਹੈ। ਜੇ 2 ਹੋ ਜਾਂਦੇ ਤਾਂ ਜੋੜੀ ਬਣ ਜਾਂਦੀ। ਇਸ ਖਿਆਲ ਨਾਲ ਮੁੜ ਕੇ ਫਿਰ ਟਿੱਲੇ ਉੱਪਰ ਆ ਗਿਆ ਤੇ ਆਪਣੇ ਮਨ ਦੀ ਮੰਗ ਦਸੀ ਤੇ ਬਾਬਾ ਜੀ ਨੇ ਬਚਨ ਕੀਤਾ, ਇੱਕੋ ਹੀ ਬਹੁਤ ਹੈ, ਦੂਜਾ ਕੀ ਕਰਨਾ। ਉਸਨੇ ਦੁਬਾਰਾ ਫਿਰ ਬੇਨਤੀ ਕੀਤੀ, ਜੀ ਨਹੀਂ, 2 ਦੇ ਦਿਓ। ਬਾਬਾ ਜੀ ਨੇ ਫਿਰ ਬਚਨ ਕੀਤਾ,
ਜਿਹੜਾ ਤੈਨੂੰ ਇੱਕ ਦਿੱਤਾ ਬੜਾ ਨੇਕ ਪੁਰਸ਼ ਹੈ। ਜੇ ਉਹ ਦੂਜਾ ਆ ਗਿਆ ਤਾਂ ਤੈਨੂੰ ਠਾਣਿਆਂ ਵਿੱਚ ਹੀ ਰੱਖੂਗਾ। ਉਸਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਮਹਾਰਾਜ ਕਿਰਪਾ ਕਰੋ, ਦਿਓ ਪੁੱਤ। ਫਿਰ ਵੀ ਪੁੱਤ ਹੀ ਹੁੰਦਾ ਹੈ। ਉਪਰੰਤ ਹੁਕਮ ਹੋਇਆ, ਚੰਗਾ ਫਿਰ ਜਾ, ਉਹ ਵੀ ਆ ਜਾਏਗਾ। ਕੁਝ ਸਮੇਂ ਬਾਅਦ ਇਸ ਦੇ 2 ਪੁੱਤਰ ਹੋਏ। ਜਦੋਂ ਵੱਡੇ ਹੋ ਗਏ ਤਾਂ ਹੁਕਮ ਅਨੁਸਾਰ ਉਹਨਾਂ ਦੇ ਕਰਤੱਵ ਵੀ ਸਾਹਮਣੇ ਆਉਣ ਲੱਗੇ। ਛੋਟੇ ਨੂੰ ਤਾਂ ਹਰ ਵੇਲੇ ਪੁਲਿਸ ਹੀ ਭਾਲਦੀ ਫਿਰਦੀ ਰਿਹਾ ਕਰੇ। ਇੱਕ ਵਾਰ ਅਫਸਰ ਨੇ ਪੁੱਛਿਆ ਕਿ ਇਸ ਦੇ 2 ਪੁੱਤਰ ਹਨ, ਇੱਕ ਚੰਗਾ ਤੇ ਇੱਕ ਬੁਰਾ ਕਿਉਂ ਹੈ? ਤੇ ਨਗਰ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਰੂਮੀ ਵਾਲੇ ਸੰਤਾਂ ਦੀ ਕਿਰਪਾ ਹੋਈ ਹੈ, ਜੋ ਵੀ ਹੋਈ ਹੈ। ਤੇ ਉਹਨਾਂ ਦੇ ਬਾਪ ਨੇ ਵੀ ਇਹੋ ਗੱਲ ਦੀ ਤਸਦੀਕ ਕੀਤੀ। ਉਪਰੰਤ ਉਹ ਅਫਸਰ ਵੀ ਇੱਥੇ ਦਰਸ਼ਨ ਕਰਨ ਆਇਆ। ਬਾਬਾ ਜੀ ਨੇ ਪੁੱਛਿਆ ਕਿ ਦਰਸ਼ਨ ਕਰਨੇ ਹਨ ਕਿ ਪ੍ਰਸ਼ਨ? ਉਸਨੇ ਬੇਨਤੀ ਕੀਤੀ, ਜੀ ਪ੍ਰਸ਼ਨ ਵੀ ਹੈ। ਤਾਂ ਬਚਨ ਹੋਇਆ ਕਿ ਪ੍ਰਸ਼ਨ ਵੀ ਹੈ। ਤਾਂ ਉਸ ਦੇ ਨਥਾਣੇ ਵਾਲੇ ਸਿੱਖ ਦੀ ਵਾਰਤਾ ਪੁੱਛੀ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਇਸ ਤਰ੍ਹਾਂ ਹੀ ਹੈ। ਉਸਨੇ ਬੇਨਤੀ ਕੀਤੀ, ਜੀ ਮਹਾਰਾਜ ਉਹ ਕਿਸ ਤਰ੍ਹਾਂ ਠੀਕ ਹੋ ਸਕਦਾ? ਤਾਂ ਬਾਬਾ ਜੀ ਨੇ ਬਚਨ ਕੀਤਾ, ਉਹ ਇਸ ਤਰ੍ਹਾਂ ਹੀ ਰਹੇਗਾ। ਤੂੰ ਹੋਰ ਗੱਲ ਦੱਸ। ਨਹੀਂ ਫਿਰ ਆਗਿਆ। ਉਪਰੰਤ ਉਹ ਅਫਸਰ ਚਲਾ ਗਿਆ। ਇਹ ਬਚਨ ਵੱਡੇ ਝੰਡਾ ਸਿੰਘ ਸੇਮਾ ਤੋਂ ਮਿਲੇ। ਅੰਤਰਜਾਮੀ ਸਭ ਕਿਛ ਜਾਣੇ, ਉਸ ਤੇ ਕਹਾਂ ਛੁਪਾਇਆ। ਬਾਬਾ ਜੀ ਦਾ ਇੱਕ ਸੇਵਕ, ਜਿਸ ਦਾ ਨਾਮ ਹਰਨਾਮ ਸਿੰਘ ਸੀ ਅਤੇ ਜਿਸ ਦਾ ਪਿੰਡ ਫੂਸ ਮੰਡੀ ਸੀ, ਉੱਥੋਂ ਦੁੱਧ ਹਰ ਰੋਜ਼ ਲੈ ਕੇ ਆਇਆ ਕਰਦਾ ਸੀ। ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਅੱਜ ਬਾਬਾ ਜੀ ਜਾਣ ਸਾਰ ਆਗਿਆ ਦੇ ਦੇਣ ਤਾਂ ਚੰਗਾ ਹੈ। ਜਿਸ ਵੇਲੇ ਦੁੱਧ ਲੈ ਕੇ ਬਾਬਾ ਜੀ ਦੇ ਡੇਰੇ ਵਿੱਚ ਆਇਆ, ਆਉਣ ਸਾਰ ਹੀ ਸੇਵਾਦਾਰ ਨੂੰ ਹੁਕਮ ਦਿੱਤਾ, ਇਸ ਨੂੰ 2 ਰੋਟੀਆਂ ਉੱਪਰ ਖੰਡ ਘਿਓ ਪਾ ਦਿਓ। ਦੁੱਧ ਲੈਣ ਸਾਰ ਹੀ 2 ਰੋਟੀਆਂ ਉੱਪਰ ਖੰਡ ਘਿਓ ਪਾ ਕੇ ਦੇ ਦਿੱਤੀਆਂ। ਹੁਕਮ ਦਿੱਤਾ, ਖਾਣ ਸਾਰ ਹੀ ਤੁਰ ਜਾ। ਉਹ ਵਾਪਸ ਚਲਾ ਗਿਆ। ਇਸ ਦਾ ਪਿਤਾ ਨਿਧਾਨ ਸਿੰਘ ਦਰਸ਼ਨ ਕਰਨ ਵਾਸਤੇ ਆਇਆ। ਬਾਬਾ ਜੀ ਨੇ ਇਸ ਪਾਸੋਂ 300 ਰੁਪਏ ਮੰਗੇ। ਇਸ ਨੇ ਜਵਾਬ ਦੇ ਦਿੱਤਾ। ਉਪਰੰਤ ਬਾਬਾ ਜੀ ਨੇ ਦੱਸਿਆ ਕਿ ਤੇਰੇ ਘਰ ਭਰਤ ਦੀ ਪਤੀਲੀ ਵਿੱਚ ਪਏ ਹਨ। ਉਹ ਪਤੀਲੀ ਮੰਜੀ ਹੇਠ ਦੱਬੀ ਹੈ। ਘਰ ਜਾ ਕੇ ਮੰਜੀ 'ਤੇ ਪੈ ਗਿਆ। ਮੰਜੀ ਤੋਂ ਨਾ ਉੱਠੇ। ਘਰ ਵਾਲੀ ਨੇ ਪੁੱਛਿਆ ਕਿ ਤੂੰ ਮੰਜੀ ਉੱਪਰੋਂ ਕਿਉਂ ਨਹੀਂ ਉੱਠਦਾ? ਇਸ ਨੇ ਦੱਸਿਆ ਕਿ ਬਾਬਾ ਜੀ 300 ਰੁਪਏ ਮੰਗਦੇ ਹਨ। ਘਰ ਵਾਲੀ ਨੇ ਕਿਹਾ, ਦੇ ਦੇ। ਇਸ ਨੇ ਰੁਪਈਏ ਲਿਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੱਤੇ ਤੇ ਆਗਿਆ ਲੈ ਕੇ ਵਾਪਸ ਚਲਾ ਗਿਆ। ਕੁਝ ਸਮੇਂ ਬਾਅਦ ਇਸ ਦੇ ਦੋਹਤੀ ਹੋਈ। ਉਸ ਵੇਲੇ ਰੁਪਏ ਦੀ ਲੋੜ ਪਈ ਤੇ ਬੇਨਤੀ ਕਰਕੇ ਬਾਬਾ ਜੀ ਨੇ ਸਣੇ ਵਿਆਜ ਦੇਣ ਦਾ ਬਚਨ ਕੀਤਾ, ਪਰ ਇਹ ਲਵੇ ਨਾ। ਹਜੂਰ ਨੇ ਕਿਹਾ, ਇਹ ਤਾਂ ਲੈਣਾ ਪਵੇਗਾ। ਬਚਨ ਅਨੁਸਾਰ ਫਿਰ ਸਮੇਤ ਵਿਆਜ ਮੋੜੇ। ਇੱਕ ਮਾਈ, ਜਿਸ ਦਾ ਨਾਮ ਦਾਨਕੌਰ ਸੀ, ਨੇ ਪੁੱਤਰ ਦੀ ਮੰਗ ਕੀਤੀ ਤਾਂ ਹੁਕਮ ਕੀਤਾ, ਨਾ ਲਓ। ਉਸ ਪੁੱਤਰ ਨੇ ਤੁਹਾਡੀ ਸੇਵਾ ਨਹੀਂ ਕਰਨੀ। ਮਾਈ ਦੇ ਦੁਬਾਰਾ ਕਹਿਣ 'ਤੇ ਪੁੱਤਰ ਹੋ ਗਿਆ।
ਪਰ ਉਸਨੇ ਸੇਵਾ ਨਹੀਂ ਕੀਤੀ। ਇਹ ਦੋਨੋਂ ਬਚਨ ਮਾਸਟਰ ਕਰਨੈਲ ਸਿੰਘ ਬੀਬੀਕਾ ਪਾਸੋਂ ਮਿਲੇ। ਵੱਡੇ ਝੰਡਾ ਸਿੰਘ ਸੇਮੇ ਵਾਲੇ ਨੂੰ ਇੱਕ ਵਾਰ ਬਚਨ ਹੋਇਆ ਕਿ ਤੈਨੂੰ ਅਸੀਂ ਨਥਾਣੇ ਤੋਂ ਇੱਥੇ ਲੈ ਆਂਦਾ। ਤੇਰਾ ਪਿਛਲਾ ਜਨਮ ਨਥਾਣੇ ਪਿੰਡ ਰਾਗੀਆਂ ਦੇ ਘਰ ਹੁੰਦਾ ਸੀ। ਤੇਰੀ ਉਸ ਵੇਲੇ 18 ਸਾਲ ਦੀ ਉਮਰ ਸੀ। ਇਹ ਬਚਨ ਸੁਣ ਕੇ ਹੈਰਾਨ ਜਿਹਾ ਹੋਇਆ। ਬਾਅਦ ਵਿੱਚ ਇਸ ਨੇ ਨਥਾਣੇ ਪਿੰਡ ਪਤਾ ਵੀ ਕੀਤਾ। ਉੱਥੇ ਜਾ ਕੇ ਜਦੋਂ ਸਾਰੀ ਗੱਲ ਪੁੱਛੀ ਤਾਂ ਸਹੀ ਪਾਈ। ਜਿਸ ਵੇਲੇ ਵਾਪਸ ਆਇਆ ਤਾਂ ਬਾਬਾ ਜੀ ਨੇ ਪੁੱਛਿਆ ਕਿ ਕਿਉਂ ਹੁਣ ਸੱਚ ਸਾਹਮਣੇ ਆ ਗਿਆ। ਉਪਰੰਤ ਫਿਰ ਝੰਡਾ ਸਿੰਘ ਚਲਾ ਗਿਆ। ਇਹ ਬਚਨ ਵੀ ਝੰਡਾ ਸਿੰਘ ਸੇਮਾ ਪਾਸੋਂ ਮਿਲਿਆ। ਇੱਕ ਵਾਰ ਇਹੋ ਭਾਈ ਝੰਡਾ ਸਿੰਘ, ਜਿਸ ਦਾ ਪੂਰਾ ਨਾਮ ਬਾਬਾ ਜੀ ਦੇ ਹੁਕਮ ਅਨੁਸਾਰ ਵੱਡਾ ਝੰਡਾ ਸਿੰਘ ਸੀ, ਕਿਸੇ ਗੱਲੋਂ ਆਪਣੇ ਪਿਤਾ ਨਾਲ ਨਾਰਾਜ਼ ਹੋ ਕੇ ਆਪਣੇ ਟੱਬਰ ਨੂੰ ਲੈਣ ਆ ਰਿਹਾ ਸੀ। ਰਸਤੇ ਵਿੱਚ ਬਾਬਾ ਜੀ ਕੋਲ ਠਹਿਰਿਆ। ਗਲ ਵਿੱਚ ਇਸ ਦੇ ਸੋਨੇ ਦਾ ਕੰਠਾ ਸੀ। ਬਾਬਾ ਜੀ ਕੋਲ ਆਏ ਤਾਂ ਬਾਬਾ ਜੀ ਨੇ ਇਸ ਨੂੰ ਜਲੇਬੀਆਂ ਖਾਣ ਲਈ ਦਿੱਤੀਆਂ ਤੇ ਗਲ ਵਾਲਾ ਕੰਠਾ ਆਪਣੇ ਕੋਲ ਰਖਵਾ ਲਿਆ। ਜੋ ਇਸ ਨੂੰ ਜਲੇਬੀਆਂ ਦਿੱਤੀਆਂ ਸਨ ਉਹ ਇਸ ਨੇ ਸਾਰੀਆਂ ਨਾ ਖਾਧੀਆਂ ਤੇ ਬਾਬਾ ਜੀ ਤੋਂ ਛੁਪਾ ਕੇ ਪੱਗ ਦੇ ਲੜ ਬੰਨ੍ਹ ਲਈਆਂ ਤੇ ਰਾਤ ਨੂੰ ਇੱਥੇ ਹੀ ਸੌਂ ਗਿਆ। ਰਾਤ ਸਮੇਂ ਇਸ ਦੇ ਸਿਰਹਾਣੇ ਬਾਬਾ ਜੀ ਅਚਾਨਕ ਹੀ ਆ ਬੈਠੇ ਤੇ ਇਸ ਦੀ ਪੱਗ ਨੂੰ ਹੱਥ ਲਾ ਕੇ ਕਹਿੰਦੇ ਕਿ ਤੂੰ ਜਲੇਬੀਆਂ ਇੱਥੇ ਕਿਉਂ ਬੰਨੀਆਂ ਹਨ? ਤੈਨੂੰ ਖਾਣ ਵਾਸਤੇ ਦਿੱਤੀਆਂ ਸਨ ਤਾਂ ਬੇਨਤੀ ਕੀਤੀ ਜੀ ਭਰਾ ਵਾਸਤੇ ਰੱਖੀਆਂ ਹਨ। ਬਾਬਾ ਜੀ ਕਹਿਣ ਲੱਗੇ ਜੀ ਠੀਕ ਹੈ, ਭਰਾ ਹੋਵੇ ਤਾਂ ਐਸਾ ਹੋਵੇ। ਭਰਾ ਬੜੀ ਚੰਗੀ ਚੀਜ਼ ਹੁੰਦੇ ਹਨ। ਇਸ ਤੋਂ ਬਾਅਦ ਸਵੇਰੇ ਬਾਬਾ ਜੀ ਨੂੰ ਦੱਸੇ ਬਿਨਾਂ ਸਹੁਰੇ ਘਰ ਚਲਾ ਗਿਆ, ਪਰ ਅੱਗੋਂ ਇਸ ਦੇ ਸਹੁਰੇ ਨੇ ਇਸ ਦੀ ਘਰਵਾਲੀ ਨੂੰ ਨਾ ਤੋਰਿਆ। ਜਦ ਦੁਬਾਰਾ ਵਾਪਸ ਬਾਬਾ ਜੀ ਪਾਸ ਆਇਆ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿਉਂ ਲੈ ਆਇਆ ਟੱਬਰ ਨੂੰ? ਫਿਰ ਇਸ ਨੇ ਮੁਆਫੀ ਮੰਗੀ ਤੇ ਕਿਹਾ ਭੁੱਲ ਹੋ ਗਈ। ਫਿਰ ਸੋਨੇ ਦਾ ਕੰਠਾ ਕੱਢ ਕੇ ਬਾਬਾ ਜੀ ਨੇ ਵਾਪਸ ਦੇ ਦਿੱਤਾ ਤੇ ਕਿਹਾ ਹੁਣ ਸਹੁਰੇ ਚਲਾ ਜਾ ਤੇ ਟੱਬਰ ਨੂੰ ਲੈ ਆ। ਫਿਰ ਬਚਨ ਕੀਤਾ ਕਿ ਕੰਠਾ ਸਹੁਰਿਆਂ ਵਾਲਿਆਂ ਦੀ ਨਿਸ਼ਾਨੀ ਹੁੰਦੀ ਹੈ। ਫਿਰ ਆਗਿਆ ਲੈ ਕੇ ਝੰਡਾ ਸੇਮੇ ਚਲਾ ਗਿਆ। ਇਹ ਬਚਨ ਵੀ ਝੰਡਾ ਸਿੰਘ ਪਾਸੋਂ ਮਿਲੇ। ਇੱਕ ਵਾਰ ਸੇਮੇ ਪਿੰਡ ਵਿੱਚ ਪਸ਼ੂਆਂ ਦੀ ਬਿਮਾਰੀ ਪੈ ਗਈ। ਬਹੁਤ ਭੱਜ ਨੱਸ ਕੀਤੀ ਪਰ ਆਰਾਮ ਨਾ ਆਇਆ। ਜਿਸ ਵੇਲੇ ਭੁੱਚੋ ਆਏ ਤਾਂ ਬਚਨ ਕੀਤਾ ਜਾ ਆਏ ਸਾਰੇ। ਫਿਰ 8 ਦਿਨ ਪਹਿਰੇ ਪੈਣ ਦਾ ਹੁਕਮ ਹੋਇਆ ਤੇ ਗੁਰਦਿੱਤ ਸਿੰਘ ਨੂੰ ਰੂਮੀ ਸਾਹਿਬ ਜੰਡ ਹੇਠਾਂ ਪੈਣ ਦਾ ਹੁਕਮ ਹੋਇਆ। ਇੱਕ ਨੂੰ ਮੱਟ ਕੋਲ 2 ਟਿੱਲੇ ਤੇ ਜਦੋਂ ਇਹ ਗੁਰਦਿੱਤ ਸਿੰਘ ਕੋਲ ਪਿੰਡ ਗਏ ਤਾਂ ਉਸਨੇ ਕਿਹਾ ਕਿ ਮੈਂ ਉਹਨਾਂ ਕੋਲ ਨਹੀਂ ਜਾਣਾ, ਮੈਂ ਨਾਰਾਜ਼ ਹਾਂ। ਉਸ ਨੂੰ ਇਹ ਗੱਲ ਬਾਬਾ ਜੀ ਨੇ ਦੱਸੀ ਸੀ ਕਿ ਤੂੰ ਇਹਨਾਂ ਦੇ ਆਖੇ ਨਾ ਲੱਗੀ, ਤਾਂ ਉਸਨੇ ਜਵਾਬ ਦੇ ਦਿੱਤਾ। ਪਰ ਜਦੋਂ ਬਾਬਾ ਜੀ ਨੇ ਦੁਬਾਰਾ ਨਾਂ ਲੈ ਕੇ ਵੇਰਵਾ ਪਾਇਆ ਤਾਂ ਗੁਰਦਿੱਤ ਸਿੰਘ ਮੰਨ ਕੇ ਪਹਿਰੇ ਬੈਠ ਗਿਆ। ਉਸ ਤੋਂ ਬਾਅਦ ਪਸ਼ੂਆਂ ਨੂੰ ਆਰਾਮ ਆ ਗਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।